देश दुनिया की हर वड्डी खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਹੁਣ ਕਹਿੰਦੇ ਅਸੀਂ ਚਾਹ ਵੇਚਣਾ, ਕਹਿੰਦੇ ਪ੍ਰਧਾਨ ਮੰਤਰੀ ਬਣ ਗਿਆ, ਲੇਕਿਨ ਉਹ ਆਮ ਲੋਕਾਂ ਨੂੰ ਅੱਜ ਉਹਦਾ ਯੂਨੀਅਨ ਆ ਸਾਰਾ ਪੰਜਾਬ ਦੀਆਂ ਸਾਡੀਆਂ ਬੀਬੀਆਂ, ਸਾਡੇ ਨੌਜਵਾਨ, ਸਾਡੇ ਬਜ਼ੁਰਗ ਸੜਕਾਂ ਤੇ ਆਏ ਹੋਏ ਨੇ। ਤੈਨੂੰ ਅੱਜ ਤੱਕ ਅਜੇ ਪਤਾ ਹੀ ਨਹੀਂ ਲੱਗਿਆ ਕਿ ਮੈਂ ਉਹਨਾਂ ਨਾਲ ਗੱਲ ਕਰਨੀ ਆ। ਕੁਰਸੀ ਦਾ ਜਿਹੜਾ ਘਮੰਡ ਆਉਂਦਾ ਕਈ ਵਾਰ, ਇਹ ਸਾਨੂੰ ਛੱਡ ਦੇਣਾ ਚਾਹੀਦਾ। ਹੋਰ ਇਸ ਸੰਘਰਸ਼ ਨੂੰ ਕਾਮਯਾਬ ਕਰਨ ਲਈ ਅਸੀਂ ਪੂਰਾ ਸਹਿਯੋਗ ਦੇਵਾਂਗੇ। ਮੈਂ ਤਾਂ ਇੱਕ ਕਿਸਾਨ ਹੋਣ ਦੇ ਨਾਤੇ ਸਾਨੂੰ ਤਾਂ ਇਤਰਾਜ਼ ਹੀ ਕੋਈ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਫਾਲੀ। ਲਗਾਤਾਰ ਜੇਕਰ ਗੱਲ ਕਰੀਏ ਕਿਸਾਨਾਂ ਦੀ ਤਾਂ ਉਹਨਾਂ ਦਾ ਮਾਮਲਾ ਭਖਿਆ ਹੋਇਆ ਹੈ। ਲਗਾਤਾਰ ਕਿਸਾਨ ਵੱਖੋ-ਵੱਖ ਜਗ੍ਹਾਵਾਂ ਉੱਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਾਨੂੰ ਨਿਤ ਨਜ਼ਰ ਆਉਂਦੇ ਨੇ। ਇਸ ਦੇ ਨਾਲ ਜੇਕਰ ਗੱਲ ਕਰੀਏ ਕਿਸਾਨਾਂ ਦੀ ਤੇ ਕੇਂਦਰ ਦੀ, ਇੱਕ ਅਲੱਗ ਹੀ ਮਸਲਾ ਜਿਹੜਾ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ, ਜਿਸ ਦੇ ਵਿੱਚ ਸਿਆਸੀ ਚੀਜ਼ਾਂ ਵੀ ਅੱਗੇ ਆ ਰਹੀਆਂ ਨੇ। ਇਹਨਾਂ ਬਾਰੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ MLA ਮਨਪ੍ਰੀਤ ਆਲੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ, ਕਿਉਂਕਿ ਉਹ ਨਾ ਕਿ ਇੱਕ MLA ਬਲਕਿ ਇੱਕ ਕਿਸਾਨ ਵੀ ਨੇ, ਅਤੇ ਉਹਨਾਂ ਨਾਲ ਗੱਲ ਕਰਕੇ ਕਿਸਾਨਾਂ ਦੇ ਹੱਕ ਦੀ ਗੱਲ ਵੀ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਕਿਸਾਨਾਂ ਦੀ ਅਸੀਂ ਗੱਲ ਕਰਦੇ ਹਾਂ ਇੱਥੇ, ਤੇ ਕਿਸਾਨ ਜਥੇਬੰਦੀਆਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਨੇ, ਪਰ ਫਿਰ ਵੀ ਕੇਂਦਰ ਸਰਕਾਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਹਰੀ ਝੰਡੀ ਨਹੀਂ ਦਿਖਾ ਰਹੀ। ਦੇਖੋ, ਕੇਂਦਰ ਸਰਕਾਰ ਵੱਲੋਂ ਜਿਹੜੇ 3 ਆਰਡੀਨੈਂਸ ਲਿਆਂਦੇ ਗਏ ਸੀ, ਬਾਅਦ 'ਚ ਕਾਨੂੰਨ ਬਣਾਏ ਗਏ ਨੇ, ਮੈਂ ਸਮਝਦਾ ਕਿ ਤਾਨਾਸ਼ਾਹੀ ਫੈਸਲਾ ਲਿਆ ਗਿਆ। ਇਹ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਦੇ ਜਿਹੜੇ ਕਿਸਾਨ ਆਗੂ ਸੀ, ਕਿਸਾਨ ਜਥੇਬੰਦੀਆਂ ਸੀ, ਰਾਜਨੀਤਿਕ ਪਾਰਟੀਆਂ ਸੀ, ਉਹਨਾਂ ਨੂੰ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਫੈਸਲਾ ਲਿਆ ਜਾਣਾ ਚਾਹੀਦਾ ਸੀ, ਕਿਉਂਕਿ ਪੰਜਾਬ ਦੇ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਆ ਦੇਸ਼ ਦਾ ਅੰਨ ਭੰਡਾਰ ਦੇ ਵਿੱਚ, ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਵਿੱਚ। ਪੰਜਾਬ ਦੇ ਲੋਕਾਂ ਨੇ ਹਰੀ ਕ੍ਰਾਂਤੀ ਲਿਆਂਦੀ, ਜਿਹੜੀ ਉਹਦੀ ਸਾਨੂੰ ਲੋੜ ਨਹੀਂ ਸੀ, ਦੇਸ਼ ਨੂੰ ਲੋੜ ਸੀਗੀ। ਸੋ ਬਹੁਤ ਵੱਡਾ ਯੋਗਦਾਨ। ਅਸੀਂ ਆਪਣੀਆਂ ਜ਼ਮੀਨਾਂ ਜਿਨ੍ਹਾਂ 'ਚ ਇਹਨਾਂ ਦਾ ਪਾਣੀ ਅਸੀਂ ਕੱਢ ਕੇ ਕਿੰਨਾ ਡੂੰਘਾ ਲੈ ਗਏ ਹਾਂ, ਅਸੀਂ ਖਾਦਾਂ ਪਾ ਕੇ ਜ਼ਮੀਨਾਂ ਦੀ ਉਪਜਾਊ ਸ਼ਕਤੀ ਘਟਾ ਲਈ ਆ। ਸੋ ਕਿਸਾਨ ਅੱਜ ਆਪ ਕਰਜ਼ਈ ਹੋਇਆ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਇੱਕ ਇੱਦਾਂ ਦਾ ਕਾਨੂੰਨ ਜਿਹੜਾ ਇਹ ਮੜ੍ਹ ਦਿੱਤਾ ਗਿਆ, ਸੋ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਗੱਲ ਆ, ਜਿਹਦਾ ਅੱਜ ਸਮੁੱਚੇ ਪੰਜਾਬ ਦੇ ਕਿਸਾਨਾਂ ਦੇ ਅੰਦਰ ਨਹੀਂ, ਮਜ਼ਦੂਰਾਂ ਦੇ ਅੰਦਰ, ਆੜ੍ਹਤੀਏ, ਵਪਾਰੀ, ਸ਼ੈਲਰ ਵਾਲੇ, ਕਿਉਂਕਿ ਸਾਰਿਆਂ ਦੀ ਤਰੱਕੀ ਕਿਸਾਨੀ ਨਾਲ ਜੁੜੀ ਆ ਪੰਜਾਬ ਦੀ। ਇੱਥੋਂ ਦਾ ਮੁੱਖ ਕਿੱਤਾ ਖੇਤੀਬਾੜੀ ਆ। ਸੋ ਇਸ ਲਈ ਇਹ ਸਾਰਿਆਂ 'ਚ ਬਹੁਤ ਵੱਡਾ ਰੋਸ ਆ। ਲਗਾਤਾਰ ਧਰਨੇ, ਮੁਜ਼ਾਹਰੇ ਜਿਹੜੇ ਚੱਲ ਰਹੇ ਨੇ, ਅਤੇ ਲੇਕਿਨ ਹਜੇ ਤੱਕ ਕੇਂਦਰ ਨੇ ਗੱਲ ਕਰਨੀ ਵੀ ਜ਼ਰੂਰੀ ਨਹੀਂ ਸਮਝੀ। ਕਿਸਾਨ ਜਥੇਬੰਦੀਆਂ ਨੂੰ ਬੁਲਾਇਆ ਗਿਆ, ਲੇਕਿਨ ਉੱਥੇ ਬੁਲਾ ਕੇ ਉਹਨਾਂ ਦੇ ਨਾਲ ਈਵਨ ਮੰਤਰੀ ਤੱਕ ਨਹੀਂ ਆਇਆ ਗੱਲ ਕਰਨ ਦੇ ਲਈ। ਸੋ ਇਸ ਤਰ੍ਹਾਂ ਦੇ ਜਿਹੜੀ ਸੋਚ ਹੈਗੀ ਆ, ਮੈਂ ਸਮਝਦਾ ਕਿ ਹਮੇਸ਼ਾ ਹੀ ਕੇਂਦਰ ਦੀਆਂ ਸਰਕਾਰਾਂ ਨੇ ਸਾਡੇ ਨਾਲ, ਪੰਜਾਬ ਨਾਲ, ਅਤੇ ਖ਼ਾਸ ਤੌਰ 'ਤੇ ਸਿੱਖਾਂ ਦੇ ਨਾਲ, ਜੇ ਕਹੀਏ ਪੰਜਾਬੀਆਂ ਦੇ ਨਾਲ, ਹਮੇਸ਼ਾ ਵਿਤਕਰੇ ਕੀਤੇ ਆ। ਚਾਹੇ ਕੋਈ ਵੀ ਸਰਕਾਰਾਂ ਬਣਦੀਆਂ ਗਈਆਂ ਨੇ, ਯੋਗਦਾਨ ਹਰ ਕੰਮ ਦੇ ਵਿੱਚ ਸਾਡਾ, ਚਾਹੇ ਅੰਗਰੇਜ਼ਾਂ ਨਾਲ ਲੜਾਈ ਲੜਨ ਦੀ ਗੱਲ ਸੀਗੀ, ਉਹ 'ਚ ਕੁਰਬਾਨੀਆਂ ਦੇਣ ਦੀ, ਫਾਂਸੀਆਂ 'ਤੇ ਚੜ੍ਹੇ, ਕਾਲੇ ਪਾਣੀ ਗਏ, ਹਰ ਅੰਦੋਲਨ ਦੇ ਵਿੱਚ ਸਭ ਤੋਂ ਵੱਧ ਅਗਵਾਈ ਕੀਤੀ ਤਾਂ ਪੰਜਾਬੀਆਂ ਨੇ। 90% ਤੋਂ ਵੱਧ ਸਾਡੀਆਂ ਕੁਰਬਾਨੀਆਂ ਨੇ। ਲੇਕਿਨ ਦੇਸ਼ ਆਜ਼ਾਦ ਹੋਣ ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਜਿਹੜਾ ਸਾਨੂੰ ਦਿੱਤਾ ਕੁਝ ਨਹੀਂ, ਸਾਡੇ ਤੋਂ ਖੋਇਆ ਹੀ ਗਿਆ ਵਾ। ਇਸ ਦੇ ਨਾਲ ਹੀ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਕੇਂਦਰ ਦੀ ਗੱਲ ਕਰੀਏ, ਕਿਸਾਨਾਂ ਨੂੰ ਬੁਲਾਇਆ ਗਿਆ ਸੀ, ਉੱਥੇ ਮਿਲ ਨਹੀਂ ਪਾਏ ਸੀਗੇ, ਅਤੇ ਕ੍ਰਿਸ਼ੀ ਮੰਤਰੀ ਦਾ ਇਹ ਕਹਿਣਾ ਹੈ ਕਿ ਜੇਕਰ ਮੈਨੂੰ ਬੁਲਾਵਾ ਦਿੱਤਾ ਹੁੰਦਾ, ਮੈਨੂੰ ਦੱਸਿਆ ਹੁੰਦਾ ਕਿ ਮੇਰੇ ਨਾਲ ਗੱਲ ਕਰਨੀ ਹੈ, ਤਾਂ ਮੈਂ ਜ਼ਰੂਰ ਤੁਹਾਡੇ ਨਾਲ ਗੱਲ ਕਰਦਾ, ਕਿਸਾਨ ਜਥੇਬੰਦੀਆਂ ਦੇ ਨਾਲ ਪਰ ਗੱਲ ਕਰੂੰਗਾ। ਜੇਕਰ ਕੋਈ ਲੀਡਰ ਆਏਗਾ ਤਾਂ ਉਹਨਾਂ ਨਾਲ ਮੈਂ ਨਹੀਂ ਗੱਲ ਕਰ ਸਕਦਾ, ਨਾ ਹੀ ਮਿਲ ਸਕਦਾ। ਨਹੀਂ, ਦੇਖੋ, ਮੈਂ ਤਾਂ ਕਹਿੰਦਾ ਪ੍ਰਧਾਨ ਮੰਤਰੀ ਨੂੰ ਗੱਲ ਕਰਨੀ ਚਾਹੀਦੀ ਸੀਗੀ। ਅਸੀਂ ਚੁਣੇ ਨੁਮਾਇੰਦੇ ਕੌਣ ਆ? ਲੋਕ ਸਾਨੂੰ ਚੁਣਦੇ ਨੇ, ਅਤੇ ਜਦੋਂ ਅਸੀਂ ਬਣ ਜਾਂਦੇ ਹਾਂ, ਫਿਰ ਅਸੀਂ ਬਹੁਤ ਵੱਡੇ ਸਮਝਣ ਲੱਗਣੇ ਆਪਦੇ ਆਪ ਨੂੰ। ਸੋ ਅਸੀਂ ਇੱਕ ਆਮ ਲੋਕਾਂ ਦੇ ਵਿੱਚੋਂ ਹੁਣ ਕਹਿੰਦੇ ਅਸੀਂ ਚਾਹ ਵੇਚਣਾ, ਕਹਿੰਦੇ ਪ੍ਰਧਾਨ ਮੰਤਰੀ ਬਣ ਗਿਆ, ਲੇਕਿਨ ਉਹ ਆਮ ਲੋਕਾਂ ਨੂੰ ਅੱਜ ਉਹਦਾ ਯੂਨੀਅਨ ਆ ਸਾਰਾ ਪੰਜਾਬ ਦੀਆਂ ਸਾਡੀਆਂ ਬੀਬੀਆਂ, ਸਾਡੇ ਨੌਜਵਾਨ, ਸਾਡੇ ਬਜ਼ੁਰਗ ਸੜਕਾਂ 'ਤੇ ਆਏ ਹੋਏ ਨੇ। ਤੈਨੂੰ ਅੱਜ ਤੱਕ ਅਜੇ ਪਤਾ ਹੀ ਨਹੀਂ ਲੱਗਿਆ ਕਿ ਮੈਂ ਉਹਨਾਂ ਨਾਲ ਗੱਲ ਕਰਨੀ ਆ। ਸੋ ਇਸ ਲਈ ਇਹ ਨਹੀਂ, ਕੁਰਸੀ ਦਾ ਜਿਹੜਾ ਘਮੰਡ ਹੁੰਦਾ ਕਈ ਵਾਰ, ਇਹ ਸਾਨੂੰ ਛੱਡ ਦੇਣਾ ਚਾਹੀਦਾ। ਸਾਨੂੰ ਲੋਕਾਂ ਨੇ, ਜਿਨ੍ਹਾਂ ਨੇ ਸਾਨੂੰ ਚੁਣਿਆ ਵਾ, ਅਤੇ ਉਹਨਾਂ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ, ਚਾਹੇ ਕੋਈ ਵੀ ਲੀਡਰ ਹੈਗਾ, ਚਾਹੇ ਕਿਸੇ ਵੀ ਪੋਸਟ 'ਤੇ, ਚਾਹੇ ਕੋਈ ਮੁੱਖ ਮੰਤਰੀ ਆ, ਚਾਹੇ ਪ੍ਰਧਾਨ ਮੰਤਰੀ ਆ। ਸੋ ਇਸ ਲਈ ਮੈਂ ਸਮਝਦਾ ਕਿ ਇਹ ਬੜੇ ਹੀ ਦੁੱਖ ਦੀ ਗੱਲ ਆ ਕਿ ਹਜੇ ਤੱਕ ਪ੍ਰਧਾਨ ਮੰਤਰੀ ਨੇ ਕੋਈ ਗੱਲ ਸੁਣਨੀ ਨਹੀਂ ਚਾਹੀ ਹਜੇ ਤੱਕ। ਇਹ ਗੱਲ ਵੀ ਅੱਗੇ ਆ ਰਹੀ ਹੈ ਕਿ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਬਾਕੀ ਪਾਰਟੀਆਂ ਵੱਲੋਂ ਵੀ ਕਿ BJP ਦੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ, ਉਹੀ ਸੈਂਟਰ ਤੱਕ ਸਹੀ ਤਸਵੀਰ ਜਿਹੜੀ ਉਹ ਨਹੀਂ ਦਿਖਾ ਪਾ ਰਹੇ, ਸੈਂਟਰ ਨੂੰ ਸਹੀ ਤਸਵੀਰ ਨਹੀਂ ਦਰਸਾ ਪਾ ਰਹੇ ਕਿ ਪੰਜਾਬ ਵਿੱਚ ਕੀ ਹਾਲਾਤ ਬਣ ਚੁੱਕੇ। ਦੇਖੋ, ਮੈਨੂੰ ਨਹੀਂ ਲੱਗਦਾ ਵੀ ਅੱਜ ਦੇ ਟਾਈਮ ਦੇ ਵਿੱਚ ਕੋਈ ਗੱਲ ਪਹੁੰਚਣ ਤੋਂ ਸੋਸ਼ਲ ਮੀਡੀਆ, ਸਾਰਾ ਸਿਸਟਮ, ਇਹਨਾਂ ਦੀਆਂ ਇੰਟੈਲੀਜੈਂਸ, ਇਹਨਾਂ ਦੀ ਕਿੰਨੀਆਂ ਏਜੰਸੀਆਂ ਨੇ, ਕੀ ਇਹਨਾਂ ਦੇ ਲੀਡਰਾਂ ਨੇ ਗੱਲ ਪਹੁੰਚਾਉਣੀ ਆ?
ਇੱਕ ਜਿਹੜੀ ਸਰਕਾਰ ਦੇਸ਼ ਤੇ ਰਾਜ ਕਰ ਰਹੀ ਆ ਉਹਨੂੰ ਪਲ ਪਲ ਦੀ ਖਬਰ ਹੁੰਦੀ ਆ, ਹਰ ਸੂਬੇ ਦੀ, ਹਰ ਜ਼ਿਲ੍ਹੇ ਦੀ, ਕਿੱਥੇ ਕੀ ਹੋ ਰਿਹਾ, ਕੀ ਮੂਵਮੈਂਟ ਚੱਲ ਰਹੀ ਆ। ਤੇ ਹਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਪੰਜਾਬ 'ਚ ਕੀ ਮੂਵਮੈਂਟ ਚੱਲ ਰਹੀ ਆ। ਪੰਜਾਬ ਦੇ ਵਿੱਚ ਇੱਕ ਵੱਡੀ ਲਹਿਰ ਖੜੀ ਹੋਈ ਆ ਕਿਸਾਨਾਂ ਦੇ ਹੱਕ ਦੇ ਵਿੱਚ ਅਤੇ ਕੇਂਦਰ ਦੇ ਉਲਟ, ਤੇ ਹਜੇ ਤੱਕ ਇਹਨੂੰ ਲਾਈਟਲੀ ਲੈ ਰਹੇ ਆ। ਲੇਕਿਨ ਪੰਜਾਬ ਦੇ ਲੋਕ ਨੇ ਜਿਹੜੇ ਇਹ ਹੱਕਾਂ ਲਈ ਲੜਾਈ ਲੜਨਾ ਜਾਣਦੇ ਨੇ, ਲੜਨਾ ਵੀ ਜਾਣਦੇ ਆ, ਮਰਨਾ ਵੀ ਜਾਣਦੇ ਨੇ, ਸਭ ਕੁਝ ਕਰਨਾ ਜਾਣਦੇ ਨੇ। ਹਮੇਸ਼ਾ ਲੜਾਈਆਂ ਅੱਗੇ ਹੋ ਕੇ ਲੜੀਆਂ ਨੇ, ਤੇ ਇਹਨਾਂ ਨੂੰ ਧੱਕੇ ਨਾਲ ਦਬਾਇਆ ਨਹੀਂ ਜਾ ਸਕਦਾ ਕਦੇ ਵੀ। ਇਸ ਮੂਵਮੈਂਟ ਨੂੰ ਧੱਕੇ ਨਾਲ ਨਹੀਂ ਦਬਾਇਆ ਜਾ ਸਕਦਾ। ਹਾਂ, ਪਿਆਰ ਨਾਲ ਇਹਨਾਂ ਦੀਆਂ ਮੰਗਾਂ ਮੰਨ ਕੇ ਤਾਂ ਦਬਾਇਆ ਜਾ ਸਕਦਾ, ਲੇਕਿਨ ਧੱਕੇ ਨਾਲ ਦਬਾਇਆ ਨਹੀਂ ਜਾ ਸਕਦਾ। ਉਹਨਾਂ ਦਾ ਕਹਿਣਾ ਸੀਗਾ ਕਿ ਕਿਸਾਨਾਂ ਦੇ ਲਈ ਇਹ ਬਿਲਕੁਲ ਵਧੀਆ ਫੈਸਲਾ ਹੈ, ਬਿੱਲ ਜਿਹੜੇ ਨੇ ਬਿਲਕੁਲ ਸਹੀ ਨੇ, ਪਰ ਜੇਕਰ ਤੁਸੀਂ ਸਿਆਸੀ ਪੱਖੋਂ ਦੇਖੋਗੇ ਤਾਂ ਤੁਹਾਨੂੰ ਇਹ ਬਿੱਲ ਜਿਹੜੇ ਨੇ ਉਹ ਗਲਤ ਹੀ ਲੱਗਣਗੇ। ਕ੍ਰਿਸ਼ੀ ਮੰਤਰੀ ਦਾ ਇਹਦਾ ਕਹਿਣਾ ਸੀ। ਦੇਖੋ, ਇਹ ਜਿਹੜੇ ਕਾਨੂੰਨ ਬਣਾਏ ਗਏ ਨੇ ਇਹਦੇ ਵਿੱਚ ਕੋਈ ਵੀ ਗੱਲ ਕਿਸਾਨਾਂ ਦੇ ਹੱਕ ਦੀ ਨਹੀਂ ਹੈਗੀ। ਸਭ ਤੋਂ ਪਹਿਲਾਂ ਤਾਂ ਸਾਡੀ MSP ਜਿਹੜੀ ਖਤਮ ਹੋਣੀ ਆ, ਸਾਡਾ ਮੰਡੀਕਰਨ, ਐਡਾ ਸਟਰੋਂਗ ਮੰਡੀਕਰਨ ਹੈਗਾ, ਉਹ ਖਤਮ ਹੋਣਾ ਸਾਡਾ। ਇਹਨਾਂ ਨੇ ਪ੍ਰਾਈਵੇਟ ਮੰਡੀਆਂ, ਫਿਰ ਸਾਡਾ ਦੇਖੋ ਜਿਹੜੀਆਂ ਮੰਡੀਆਂ ਤੋਂ ਸਾਨੂੰ ਮਾਰਕੀਟ ਫੀਸ ਆਉਂਦੀ ਸੀ, RDF ਆਉਂਦਾ ਸੀ, ਪਿੰਡਾਂ ਦੀ ਡਿਵੈਲਪਮੈਂਟ, ਜਿਹੜੀ ਪਿੰਡਾਂ ਦੀਆਂ ਸੜਕਾਂ ਦੀ ਡਿਵੈਲਪਮੈਂਟ, ਪਿੰਡਾਂ ਦੀ ਡਿਵੈਲਪਮੈਂਟ, ਉਹ ਸਾਡੇ ਫੰਡ ਖਤਮ ਹੋ ਜਾਣੇ। ਇਹਨਾਂ ਤਾਂ ਜੋ ਵੀ ਕਾਨੂੰਨ ਬਣਾਏ ਨੇ ਇਹ ਸਾਰੇ ਕਾਰਪੋਰੇਟ ਅਦਾਰਿਆਂ ਦੇ ਹੱਕ ਦੇ ਵਿੱਚ ਨੇ, ਵੱਡੀਆਂ ਕੰਪਨੀਆਂ ਦੇ ਹੱਕ ਦੇ ਵਿੱਚ ਬਣਾਏ ਗਏ ਨੇ। ਫਿਰ ਦੇਖੋ ਕੰਟਰੈਕਟ ਫਾਰਮਿੰਗ 'ਚ ਲਾ ਲਓ, ਕੋਈ ਤੁਸੀਂ ਜੇ ਤੁਹਾਡਾ ਕਿਸੇ ਨਾਲ ਕੋਈ ਡਿਸਪਿਊਟ ਪੈ ਜਾਂਦਾ, ਤੁਸੀਂ ਦੱਸੋ ਕੋਰਟ 'ਚ ਨਹੀਂ ਜਾ ਸਕਦੇ। ਸੋ ਗੱਲ ਕੀ ਵੀ ਜਿਹੜੇ ਅਫਸਰ ਨੇ ਜਿਨ੍ਹਾਂ ਕੋਲ ਅਸੀਂ DC SDM, ਉਹ ਤਾਂ ਸਰਕਾਰ ਦੇ ਪ੍ਰਭਾਵ 'ਚ ਹੁੰਦੇ ਨੇ, ਵੱਡੀਆਂ ਕੰਪਨੀਆਂ ਦੇ ਪ੍ਰਭਾਵ 'ਚ ਰਹਿੰਦੇ ਨੇ, ਤੇ ਅਸੀਂ ਕੋਰਟ ਨਹੀਂ ਜਾ ਸਕਦੇ। ਸੋ ਅਸੀਂ ਸਟੋਰੇਜ ਨਹੀਂ ਕਰ ਸਕਦੇ, ਤੇ ਵਪਾਰੀ ਜਿੰਨਾ ਮਰਜ਼ੀ ਸਟੋਰ ਕਰੀ ਜਾਵੇ। ਸੋ ਇਸ ਤਰ੍ਹਾਂ ਦੇ ਜਿਹੜੇ ਕੋਈ ਗੱਲ ਕੋਈ ਤਾਂ ਕਿਸਾਨ ਦੇ ਹੱਕ 'ਚ ਹੋਵੇ ਨਾ। ਐਵੇਂ ਥੋੜ੍ਹੀ ਕਿਸਾਨ, ਫਿਰ ਹੁਣ ਤੱਕ ਜਿਹੜੇ BJP ਦੇ ਲੀਡਰ ਆ ਇਹ ਕਿਸਾਨਾਂ ਨੂੰ ਸਹਿਮਤ ਕਰ ਲੈਂਦੇ, ਉਹਨੂੰ ਤਸੱਲੀ ਕਰਾ ਦਿੰਦੇ। ਹੁਣ ਇਹਨਾਂ ਦੇ ਤਾਂ ਸਾਬਕਾ ਮੰਤਰੀ ਵੀ ਇਹਨਾਂ ਦੇ ਖਿਲਾਫ ਬੋਲਣੇ ਸ਼ੁਰੂ ਹੋ ਗਏ ਨੇ। ਸੋ ਇਸ ਲਈ ਇਹ ਜਿਸ ਦਿਨ ਦੇ ਆਰਡੀਨੈਂਸ ਆਏ ਨੇ, ਮੈਂ ਇੱਕ ਕਿਸਾਨ ਹੋਣ ਦੇ ਨਾਤੇ, ਕਿਉਂਕਿ ਅਸੀਂ ਕਿਸਾਨੀ ਨਾਲ ਜੁੜੇ ਹੋਏ ਹਾਂ, ਖੇਤੀ ਨਾਲ ਜੁੜੇ ਹੋਏ ਹਾਂ, ਪੁਸ਼ਤਾਂ ਤੋਂ ਜੁੜੇ ਹੋਏ ਹਾਂ, ਆਪ ਕਰਦੇ ਹਾਂ। ਹੁਣ ਵੀ ਮੇਰੇ ਕੋਲ ਜਿੰਨਾ ਟਾਈਮ ਲੱਗਦਾ, ਮੈਂ ਸੀਜ਼ਨ ਦੇ ਵਿੱਚ ਆਪਣੇ ਖੇਤ 'ਚ ਜਾ ਕੇ ਜਿੰਨਾ ਵੀ ਹੋ ਸਕਦਾ ਕੰਮ ਵੀ ਕਰਦੇ ਹਾਂ। ਸ਼ੌਂਕ ਆ ਸਾਨੂੰ, ਕੋਈ ਮਜਬੂਰੀ ਨਹੀਂ ਹੈਗੀ। ਕੋਈ ਕਹਿੰਦਾ ਉਹ ਪਤਾ ਨਹੀਂ ਕੋਈ ਡਰਾਮਾ ਕਰਦਾ, ਇੱਕ ਸਾਨੂੰ ਸ਼ੌਂਕ ਹੁੰਦਾ ਵੀ ਅਸੀਂ ਵੀ ਉਹਦੇ ਵਿੱਚ ਜਿੰਨਾ ਵੀ ਹੋ ਸਕਦਾ ਕੰਮ ਕਰੀਏ। ਸੋ ਇਸ ਲਈ ਜਿਸ ਦਿਨ ਦੇ ਆਰਡੀਨੈਂਸ ਆਇਆ, ਮੈਂ ਉਸ ਦਿਨ ਤੋਂ ਪਹਿਲੇ ਦਿਨ ਦਾ ਵਿਰੋਧ ਕਰ ਰਿਹਾ। ਅਕਾਲੀ ਦਲ ਦੇ ਨਾਲ ਮੈਂ ਜੁੜਿਆ ਹੋਇਆ, ਪਾਰਟੀ ਨਾਲ ਵੀ ਗੱਲ ਕੀਤੀ, ਪਾਰਟੀ ਨੇ ਵੀ ਬਹੁਤ ਵਧੀਆ ਫੈਸਲੇ ਲਏ। ਉੱਥੋਂ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਵੀ ਦਿੱਤਾ, ਅਲਾਇੰਸ ਵੀ ਤੋੜਿਆ। ਇਸ ਦੇ ਬਾਰੇ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਕਿ ਜਦੋਂ ਮਤਲਬ ਕਿਉਂਕਿ ਵਿਰੋਧੀ ਪਾਰਟੀਆਂ ਹਮੇਸ਼ਾ ਅਟੈਕ ਕਰਦੀਆਂ ਨੇ, ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਜਦੋਂ ਅਸਤੀਫਾ ਦਿੱਤਾ ਉਸ ਤੋਂ ਪਹਿਲਾਂ ਵੀ ਇਹਨਾਂ ਨੂੰ ਪਤਾ ਸੀਗਾ, ਪਰ 9 ਮਾਸ ਦਾ ਰਿਸ਼ਤਾ ਜਿਹੜਾ ਅਲਾਇੰਸ ਉਸ ਨੂੰ ਵੀ ਤੋੜਿਆ ਗਿਆ ਵਾ, ਅਤੇ ਉਸ ਤੋਂ ਬਾਅਦ ਜਿਹੜਾ ਅਸਤੀਫਾ ਦਿੱਤਾ ਗਿਆ, ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ਕਿ ਇੰਜ ਹੋਣ ਵਾਲਾ ਹੈ, ਤੇ ਸਾਨੂੰ ਇਸ ਕਿਸਾਨਾਂ ਦੇ ਲਈ ਖੜੇ ਹੋ ਕੇ ਗੱਲ ਕਰਨੀ ਚਾਹੀਦੀ। ਦੇਖੋ, ਜਿਸ ਦਿਨ ਆਰਡੀਨੈਂਸ ਆਏ ਨੇ, ਮੈਂ ਨਿੱਜੀ ਤੌਰ ਤੇ ਪਹਿਲੇ ਦਿਨ ਤੋਂ ਵਿਰੋਧ ਕਰਨਾ ਸ਼ੁਰੂ ਕੀਤਾ। ਅਸੀਂ ਪਾਰਟੀ 'ਚ ਗੱਲ ਕੀਤੀ, ਲੇਕਿਨ ਪਾਰਟੀ ਨੂੰ ਇਹ ਸੀ ਵੀ ਸ਼ਾਇਦ ਅਸੀਂ ਕੁਝ ਮਨਾ ਲਵਾਂਗੇ, ਅਸੀਂ ਕਿਸਾਨਾਂ ਦੀਆਂ ਸ਼ਰਤਾਂ ਨੂੰ ਮਨਾ ਲਵਾਂਗੇ। ਉਹਨਾਂ ਨੂੰ ਭਰੋਸਾ ਸੀਗਾ ਵੀ ਸਾਡੇ ਇੰਨੇ ਪੁਰਾਣੇ ਸੰਬੰਧ ਰਹੇ ਨੇ, ਸਾਡੀ ਗੱਲ ਮੰਨ ਜਾਣਗੇ, ਇਹ ਬਿੱਲ ਲੈ ਕੇ ਨਹੀਂ ਆਉਣਗੇ। ਲੇਕਿਨ ਉਹ ਠੀਕ ਆ, ਉਹਨਾਂ ਦੀ ਗੱਲ ਜਿਹੜੀ ਨਹੀਂ ਪੂਰੀ ਹੋ ਸਕੀ, ਉਹ ਪਾਰਟੀ ਆਪਣੇ ਲੈਵਲ 'ਤੇ ਦੱਸ ਸਕਦੇ ਨੇ, ਕਿਉਂਕਿ ਬੜੇ ਸੀਨੀਅਰ ਲੀਡਰ ਜਿਹੜੇ ਪਾਰਟੀ ਨੂੰ ਚਲਾਉਂਦੇ ਨੇ, ਉਹਨਾਂ ਨੇ ਬੜਾ ਕੁਝ ਦੇਖਣਾ ਹੁੰਦਾ, ਆਪਣਾ ਅਲਾਇੰਸ ਵੀ ਦੇਖਣਾ। ਅਸੀਂ ਆਪਣੀ ਇੱਕ ਗੱਲ ਐਜ਼ ਏ ਕਿਸਾਨ ਤੌਰ 'ਤੇ ਗੱਲ ਕਹਿ ਦਿੰਦੇ ਹਾਂ। ਤੇ ਲੇਕਿਨ ਇਹੀ ਜੇ ਕਿਤੇ ਥੋੜ੍ਹਾ ਪਹਿਲੋਂ ਫੈਸਲਾ ਲਿਆ ਜਾਂਦਾ, ਠੀਕ ਆ, ਮਜਬੂਰੀਆਂ ਸੀ, ਤਾਂ ਇਹ ਅਕਾਲੀ ਦਲ ਨੂੰ ਹੋਰ ਵੀ ਫਾਇਦਾ ਮਿਲਣਾ ਸੀ। ਹੁਣ ਵੀ ਠੀਕ ਆ, ਬਹੁਤ ਵੱਡੀ ਗੱਲ ਹੈਗੀ ਆ ਜਿਹੜਾ ਅਸਤੀਫਾ ਦਿੱਤਾ ਗਿਆ ਅਤੇ ਅਲਾਇੰਸ ਤੋੜਿਆ ਗਿਆ। ਇਹ ਕਹਿਣ ਦੀਆਂ ਗੱਲਾਂ ਛੋਟੀਆਂ ਨੇ, ਇੱਥੇ ਬਹੁਤ ਅਸਤੀਫੇ ਕਹਿੰਦੇ ਅਸੀਂ ਦੇ ਦਿਆਂਗੇ, ਲੇਕਿਨ ਦਿੱਤਾ ਨਹੀਂ ਕਿਸੇ ਨੇ, ਇਹਨਾਂ ਦਾ ਦੇ ਦਿੱਤਾ। ਸੋ ਇਸ ਲਈ ਬਾਕੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਦੇ ਲਈ ਲੜਦਾ ਆਇਆ, ਸੰਘਰਸ਼ ਪੁਰਾਣੇ ਸਮੇਂ ਦੇ ਵਿੱਚ ਕਿਸਾਨਾਂ ਦੀ ਪਾਰਟੀ ਆ, ਤੇ ਹੁਣ ਵੀ ਅੱਗੇ ਹੋ ਕੇ ਇਸ ਪਾਰਟੀ ਨੂੰ ਕਿਸਾਨਾਂ ਲਈ ਲੜਨਾ ਚਾਹੀਦਾ। ਤੁਸੀਂ ਇੱਕ ਆਪ ਕਿਸਾਨ ਹੋ, ਤੇ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿੱਦਾਂ ਰੇਲਵੇ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ, ਹੁਣ ਉਹਨਾਂ ਦਾ ਕਹਿਣਾ ਹੈ ਕਿ ਜੇ ਪੰਜਾਬ ਦੇ ਵਿੱਚ ਮਾਲ ਗੱਡੀਆਂ ਉਦੋਂ ਹੀ ਚੱਲਣਗੀਆਂ ਜਦ ਪੈਸੇਂਜਰ ਗੱਡੀਆਂ ਵੀ ਚਲਾਉਣ ਦੀ ਇਜਾਜ਼ਤ ਜਿਹੜੀ ਕਿਸਾਨਾਂ ਵੱਲੋਂ ਦਿੱਤੀ ਜਾਏਗੀ। ਪਰ ਦਿਨੋਂ ਦਿਨ ਜੇਕਰ ਗੱਲ ਕਰੀਏ ਕਿ ਯੂਰੀਆ ਜਿਹੜਾ ਬਾਹਰੋਂ ਆਉਂਦਾ ਹੈ ਫਸਲ ਦੇ ਲਈ, ਕਿਸਾਨ ਨੂੰ ਵੀ ਬਹੁਤ ਚੀਜ਼ਾਂ ਚਾਹੀਦੀਆਂ, ਇੰਡਸਟਰੀਅਲਿਸਟ ਦੀ ਗੱਲ ਕਰੀਏ ਉਹਨਾਂ ਨੂੰ ਰॉ ਮਟੀਰੀਅਲ ਸਾਰਾ ਬਾਹਰੋਂ ਚਾਹੀਦਾ। ਸੋ ਪੰਜਾਬ ਕਿਤੇ ਨਾ ਕਿਤੇ ਇੱਕ ਬਲੈਕਆਊਟ ਦੀ ਤਰਫ ਵੀ ਜਾ ਰਿਹਾ ਹੈ ਅਤੇ ਸਭ ਕੁਝ ਖਤਮ ਹੋ ਰਿਹਾ ਪੰਜਾਬ ਦੇ ਵਿੱਚ। ਦੇਖੋ, ਇਹ ਸਾਰੀ ਕੇਂਦਰ ਸਰਕਾਰ ਦੀ ਸਾਜ਼ਿਸ਼ ਆ, ਇਹ ਇਸ ਮੂਵਮੈਂਟ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ। ਦੇਖੋ, ਕਿਸਾਨਾਂ ਨੇ ਕਹਿ ਦਿੱਤਾ, ਜਥੇਬੰਦੀਆਂ ਨੇ ਵੀ ਕਹਿ ਦਿੱਤਾ ਕਿ ਅਸੀਂ ਰੇਲਵੇ ਟਰੈਕ ਖਾਲੀ ਕਰ ਦਿੱਤੇ ਆ, ਵੀ ਮਾਲ ਗੱਡੀਆਂ ਆਉਣ ਦਿਓ। ਅਸੀਂ ਹੁਣ ਜਾਣ ਬੁੱਝ ਕੇ ਰੋਕੀ ਬੈਠੇ ਨੇ, ਇਹ ਜਾਣ ਬੁੱਝ ਕੇ ਨਹੀਂ ਚਲਾ ਰਹੇ ਕਿ ਜਿਹੜੀ ਆਮ ਲੋਕ ਹੈਗੇ ਨੇ, ਜਿਹੜੇ ਇੰਡਸਟਰੀ ਨਾਲ ਜਾਂ ਹੋਰ ਕੰਮਾਂ ਨਾਲ ਜੁੜੇ ਹੋਏ ਨੇ, ਉਹ ਲੋਕ ਕਹਿਣ ਵੀ ਇਹ ਸਾਰਾ ਨੁਕਸਾਨ ਕਿਸਾਨਾਂ ਕਰਕੇ ਹੋ ਰਿਹਾ, ਸਿਰਫ ਬਦਨਾਮ ਕਰਨਾ ਚਾਹੁੰਦੇ ਆ ਇਸ ਮੂਵਮੈਂਟ ਨੂੰ। ਸਰਕਾਰਾਂ ਕੋਸ਼ਿਸ਼ ਕਰਦੀਆਂ ਰਹਿੰਦੀਆਂ ਨੇ, ਸਾਜ਼ਿਸ਼ਾਂ ਨੇ ਇਹਨਾਂ ਦੀ ਸਾਰੀਆਂ, ਲੇਕਿਨ ਅੱਜ ਕਿਸਾਨਾਂ ਵੱਲੋਂ ਕੋਈ ਵੀ ਜਿਹੜਾ ਹੈਗਾ, ਅੱਜ ਵੀ ਦੀਆਂ ਖਬਰਾਂ ਵੀ ਇਹੀ ਨੇ ਵੀ ਸਾਡੇ ਵੱਲੋਂ ਟਰੈਕ ਖਾਲੀ ਨੇ, ਠੀਕ ਆ, ਪੈਸੰਜਰ ਗੱਡੀਆਂ ਅਸੀਂ ਰੋਕੀਆਂ ਨੇ,
ਲੇਕਿਨ ਦੂਜੀਆਂ ਲਈ ਟਰੈਕ ਖਾਲੀ ਹੈ ਵੀ ਜੋ ਮਰਜ਼ੀ ਆਵਾਜਾਈ ਆ ਸਕਦੀ ਆ। ਸੋ ਇਹ ਜਾਣਬੁੱਝ ਕੇ ਨਹੀਂ ਲਿਆ ਰਹੇ, ਸ਼ੁਰੂ ਕਰ ਰਹੇ। ਤੁਹਾਨੂੰ ਲੱਗਦਾ ਕਿ ਕਿਸੇ ਨਾ ਕਿਸੇ ਪੱਖੋਂ ਜੇਕਰ ਗੱਲ ਕਰੀਏ ਕਿਸਾਨ ਇੱਥੇ ਦੀ ਗਵਰਨਮੈਂਟ ਦੀ ਗੱਲ ਕਰੀਏ, ਪੰਜਾਬ ਸਰਕਾਰ ਦੀ ਗੱਲ ਕਰੀਏ, ਤਾਂ 3 ਆਰਡੀਨੈਂਸਾਂ ਦੇ ਖਿਲਾਫ 3 ਜਿਹੜੇ ਬਿੱਲ ਸੈਸ਼ਨ ਬੁਲਾ ਕੇ ਪਾਸ ਕੀਤੇ ਗਏ ਸਨ, ਉਹਨਾਂ ਦਾ ਵੀ ਕੋਈ ਹੱਕਦਾਰ ਕੋਈ ਹਿੱਸਾ ਹੈ? ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਲਈ ਕੁਝ ਵਧੀਆ ਕੰਮ ਜਾਂ ਸਰਾਹਨਯੋਗ ਕੰਮ ਕੋਈ ਇਦਾਂ ਦਾ ਹੋਇਆ ਵਾ ਜੇ ਉਹ 3 ਬਿੱਲ ਉਹਨਾਂ ਦੇ ਖਿਲਾਫ ਪਾਸ ਕੀਤੇ? ਜਿਹੜੀ ਇਹਦੇ ਵਿੱਚ ਨਾ ਅਕਾਲੀ ਦਲ ਨੇ ਇੱਕ ਮੰਗ ਰੱਖੀ ਸੀਗੀ ਕਿ ਪੰਜਾਬ ਨੂੰ ਖੁੱਲ੍ਹੀ ਮੰਡੀ ਐਲਾਨ ਦਿਓ। ਉਹ ਜਿਸ ਤਰ੍ਹਾਂ ਛੱਤੀਸਗੜ੍ਹ ਨੇ ਉਹ ਬਿੱਲ ਪਾਸ ਕੀਤਾ ਵਾ, ਉਹਦੇ ਲਈ ਫਿਰ ਰਾਸ਼ਟਰਪਤੀ ਕੋਲ ਜਾਣ ਦੀ ਲੋੜ ਨਹੀਂ ਸੀਗੀ। ਲੇਕਿਨ ਜਿਹੜੇ ਪੰਜਾਬ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਦੇ ਵਿੱਚ ਗਵਰਨਰ ਤੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਜ਼ਰੂਰੀ ਹੈ, ਨਹੀਂ ਹੋਈ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ। ਸੋ ਇਸ ਲਈ ਇਹ ਪਤਾ ਨਹੀਂ ਕਿਉਂ, ਵੈਸੇ ਤਾਂ ਜੋ ਚਾਹੀਦਾ ਸੀਗਾ ਇਸ ਮੁੱਦੇ ਤੇ ਸਾਰੀਆਂ ਪਾਰਟੀਆਂ ਨੂੰ, ਕੈਪਟਨ ਸਾਹਿਬ ਨੂੰ ਪਹਿਲਾਂ ਸਾਰੀਆਂ ਪਾਰਟੀਆਂ ਦੀ ਵਿਧਾਨ ਸਭਾ ਦੇ ਜਿਨ੍ਹਾਂ ਦੇ ਵੀ MLA ਹੈਗੇ ਨੇ ਉਹਨਾਂ ਨਾਲ ਮੀਟਿੰਗ ਕਰਨੀ ਚਾਹੀਦੀ ਸੀ ਅਤੇ ਉਸ ਤੋਂ ਬਾਅਦ ਇਹ ਬਿੱਲ ਲੈ ਕੇ ਆਉਣਾ ਚਾਹੀਦਾ ਸੀ ਸਲਾਹ ਦੇ ਨਾਲ ਪੂਰੀ। ਅਸੀਂ ਤਾਂ ਫਿਰ ਵੀ ਜੋ ਲਿਆਏ ਅਸੀਂ ਉਹਦੇ ਖਿਲਾਫ ਨਹੀਂ ਗਏ, ਵੀ ਜੋ ਵੀ ਲਿਆਏ ਆ ਸਾਨੂੰ ਤਾਂ ਮੌਕੇ 'ਤੇ ਦੱਸਿਆ ਗਿਆ ਵੀ ਆਹ ਬਿੱਲ ਆਹ ਅਸੀਂ ਲੈ ਕੇ ਆਏ ਹਾਂ, ਕਿਉਂਕਿ ਇਹ ਪੰਜਾਬ ਦੀ ਕਿਸਾਨੀ ਦਾ ਮਸਲਾ ਸੀ। ਅਸੀਂ ਤਾਂ ਉਹਦੇ 'ਤੇ ਸਾਰਿਆਂ ਨੇ ਸਹਿਮਤੀ ਦੇਤੀ ਵੀ ਜੋ ਵੀ ਹੈਗਾ, ਲੇਕਿਨ ਉਹਦੇ 'ਤੇ ਕਿਉਂਕਿ ਜੇ ਨਹੀਂ ਦਿੰਦੇ ਅਗਲਾ ਕਹਿੰਦਾ ਪਤਾ ਨਹੀਂ ਕਿਸਾਨ ਵਿਰੋਧੀ ਨੇ। ਪਰ ਫਿਰ ਵੀ ਜੇ ਸਲਾਹ ਦੇ ਨਾਲ ਉਸ ਤਰ੍ਹਾਂ ਦਾ, ਜਾਂ ਤਾਂ ਇਹਨਾਂ ਨੇ ਇਸ ਕਰਕੇ ਨਹੀਂ ਲੈ ਕੇ ਆਏ ਵੀ ਅਕਾਲੀ ਦਲ ਨੇ ਕਹਿ ਤਾ ਵੀ ਅਸੀਂ ਜਿਹੜਾ ਅਕਾਲੀ ਦਲ ਨੇ ਕਹਿ ਤਾ ਅਸੀਂ ਬਿੱਲ ਨਹੀਂ ਲੈ ਕੇ ਆਉਣਾ, ਵੀ ਕ੍ਰੈਡਿਟ ਇਹਨਾਂ ਨੂੰ ਜਾਊਗਾ। ਸੋ ਇਹਦੇ ਵਿੱਚ ਕ੍ਰੈਡਿਟ ਵਾਰ ਨੂੰ ਛੱਡ ਕੇ ਸਾਨੂੰ ਕਿਸਾਨੀ ਲਈ, ਪੰਜਾਬ ਦੇ ਭਵਿੱਖ ਦੇ ਲਈ, ਪੰਜਾਬ ਦੀ ਹੋਂਦ ਦੇ ਲਈ ਜਿਹੜੀ ਇਹ ਮੁੱਦਾ ਹੈਗਾ ਉਹਦੀ ਲੜਾਈ ਦਾ, ਅਤੇ ਇਹ ਸਾਰੀਆਂ ਗੱਲਾਂ ਛੱਡ ਕੇ ਸਾਨੂੰ ਇਕਜੁੱਟ ਹੋ ਕੇ ਜੇ ਚੱਲਾਂਗੇ ਤਾਂ ਮੇਰਾ ਖਿਆਲ ਉਹਦੇ 'ਚ ਅਸੀਂ ਚੰਗੇ ਸਾਨੂੰ ਨਤੀਜੇ ਮਿਲ ਸਕਦੇ ਆ। ਮੰਡੀ ਦੀ ਖਰੀਦ ਦੀ ਗੱਲ ਕਰੀਏ ਤਾਂ ਕਹਿਣਾ ਇਹ ਹੈ ਕਿ 30% ਐਤਕੀ ਜ਼ਿਆਦਾ ਮੰਡੀ ਦੀ ਖਰੀਦ ਹੋਈ ਹੈ, ਅਤੇ ਉਸ ਦੇ ਨਾਲ ਹੀ ਬਿਆਨ ਇਹ ਵੀ ਆ ਰਹੇ ਨੇ ਕਿ ਜੇਕਰ ਕਿਸਾਨ ਉੱਧਰ ਨੇ ਆਪਣੀ ਜਿਹੜੀ ਵਿਕਰੀ ਆਪਣੀ ਜਿਹੜੀ ਪੈਦਾਇਸ਼ ਹੈ ਉਸ ਨੂੰ ਵੇਚਦੇ ਨੇ, ਤਾਂ ਫਿਰ ਧਰਨਿਆਂ ਦੇ ਉੱਤੇ ਕੌਣ ਬੈਠਾ ਹੋਇਆ ਵਾ? ਸਿਆਸੀ ਪੱਖ ਬੈਠੇ ਹੋਏ ਨੇ ਜਿਹੜੇ ਕਿ ਮਜਬੂਰ ਕਰਨੇ ਨੇ ਕਿਤੇ ਨਾ ਕਿਤੇ ਹਾਲਾਤ ਖਰਾਬ ਕਰਨ ਦੇ ਲਈ। ਨਹੀਂ ਇਹ ਨਹੀਂ ਗੱਲ ਹੈਗੀ। ਦੇਖੋ ਕਿਸਾਨ ਅੱਜ ਨਾਲੇ ਤਾਂ ਕੰਮ ਵੀ ਕਰ ਰਿਹਾ ਵਾ, ਪਰਿਵਾਰ ਦਾ ਇੱਕ ਮੈਂਬਰ ਧਰਨੇ 'ਤੇ ਵੀ ਜਾਂਦਾ ਵਾ। ਦੋਨੋਂ ਪਾਸੇ ਅੱਜ ਜਿਸ ਦਿਨ ਇਹ ਫਸਲ ਦਾ ਕੰਮ ਬਿਜਾਈ ਖਤਮ ਹੋ ਗਈ, ਆਲੂ ਦੀ ਬਿਜਾਈ ਵੀ ਚੱਲ ਰਹੀ ਹੈ, ਕਣਕ ਦੀ ਵੀ ਚੱਲ ਰਹੀ ਆ, ਉਸ ਤੋਂ ਬਾਅਦ ਇਹ ਮੂਵਮੈਂਟ ਹੋਰ ਤੇਜ਼ ਹੋਊਗੀ, ਕਿਉਂਕਿ ਕੰਮ ਦੇ ਵਿੱਚੋਂ ਨਿਕਲ ਕੇ ਵੀ ਲੋਕਾਂ ਨੇ ਇਸ ਮੂਵਮੈਂਟ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਵਾ। ਉਹਨਾਂ ਨੂੰ ਪਤਾ ਵੀ ਸਾਡਾ ਇਹ ਹੋਂਦ ਜਿਹੜੀ ਤੁਸੀਂ ਗੱਲ ਕਰਦੇ ਹੋ ਜਿਹੜੀ ਫਸਲ ਦੀ, ਸੋ ਠੀਕ ਆ ਇਸ ਵਾਰ ਝਾੜ ਵੀ ਥੋੜ੍ਹਾ ਵਧੀਆ ਹੈਗਾ ਵਾ, ਅਤੇ ਲੇਕਿਨ ਫਿਰ ਵੀ ਬਾਹਰੋਂ ਵੀ ਝੋਨਾ ਆਇਆ ਦੂਜੀਆਂ ਸਟੇਟਾਂ ਦੇ ਵਿੱਚੋਂ ਆ ਕੇ ਜਿਹੜਾ ਇੱਥੇ ਉਹ ਆਇਆ ਵਾ ਝੋਨਾ। ਲੇਕਿਨ ਇਹ ਜਿਹੜੀ ਅੱਜ ਖਰੀਦ ਹੋ ਰਹੀ ਆ ਇਹ ਦੇਖੋ ਇਹਦੇ ਹੁਣ ਜੋ ਇਹਨਾਂ ਨੇ ਕਾਨੂੰਨ ਬਣਾ ਦਿੱਤਾ, ਇਹ ਸਾਲ ਚੱਲਣੀ ਆ, 2 ਸਾਲ ਚੱਲਣੀ ਆ। ਫਿਊਚਰ ਦੇ ਵਿੱਚ ਹੌਲੀ ਹੌਲੀ ਇਸ ਚੀਜ਼ ਨੂੰ MSP ਨੂੰ ਇਹਨਾਂ ਨੇ ਬੰਦ ਕਰਨਾ ਹੀ ਕਰਨਾ ਵਾ। ਸੋ ਅੱਜ ਦਾ ਤਾਂ ਉਹ ਕਹਿੰਦੀ ਕੁਛ ਨਹੀਂ ਵੀ ਅੱਜ ਕੁਛ ਹੋ ਗਿਆ, ਲੇਕਿਨ ਫਿਊਚਰ ਲਈ ਜੋ ਇਹ ਕਾਨੂੰਨ ਬਣਾਏ ਗਏ ਨੇ ਉਹਨਾਂ ਦੇ ਨਾਲ ਸਭ ਗੱਲਾਂ ਕਲੀਅਰ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਫਸਲ ਦੇ ਭਾਅ ਦੀ ਦਿੱਕਤ ਆਊਗੀ। ਜਿਸ ਤਰ੍ਹਾਂ ਅੱਜ UP ਬਿਹਾਰ ਦੇ ਵਿੱਚ ਝੋਨਾ 1100 ਨੂੰ ਵਿਕ ਰਿਹਾ ਵਾ, ਅਤੇ ਅਸੀਂ ਇੱਥੇ MSP 'ਤੇ ਵੇਚ ਰਹੇ ਹਾਂ, ਕਿੰਨਾ ਫਰਕ ਹੈਗਾ। ਸੋ ਇਹੀ ਹਾਲਾਤ ਸਾਡੇ ਹੋਣੇ ਹੌਲੀ ਹੌਲੀ। ਤੁਸੀਂ ਧਰਨਿਆਂ 'ਤੇ ਪਾਏ ਜਾਂਦੇ ਹੋ ਬੈਠੇ ਹੋਏ, ਪਰ ਉੱਥੇ ਕਿਸੇ ਵੀ ਸਿਆਸੀ ਪੱਖ ਨਾਲ ਨਹੀਂ, ਬਲਕਿ ਤੁਸੀਂ ਬੈਠ ਕੇ ਕਿਸਾਨਾਂ ਦੇ ਧਰਨੇ ਦੇ ਉੱਤੇ ਜਾਂਦੇ ਹੋ ਅਤੇ ਕਿਸੇ ਵੀ ਮੀਡੀਆ ਇੰਟਰੈਕਸ਼ਨ ਤੋਂ ਵੀ ਮਨਾ ਕਰ ਦਿਓ। ਇਸ ਦੇ ਪਿੱਛੇ ਦਾ ਕਾਰਨ ਕੀ ਹੈ? ਦੇਖੋ ਅੱਜ ਮਸਲਾ ਹੈਗਾ ਧਰਨੇ ਲੱਗ ਰਹੇ ਆ ਕਿਸਾਨੀ ਲਈ। ਮੈਂ ਕਿਸਾਨ ਵੀ ਹਾਂ, ਇੱਕ ਪੋਲੀਟੀਕਲ ਲੀਡਰ ਵੀ ਹਾਂ। ਮੈਨੂੰ ਲੋਕਾਂ ਨੇ ਬਾਈ ਇਲੈਕਸ਼ਨ ਜਿਤਾਇਆ ਸਰਕਾਰ ਦੇ ਖਿਲਾਫ, ਕਿਸਾਨ ਵੀ ਮੇਰੇ ਨਾਲ ਖੜ੍ਹੇ, ਮਜ਼ਦੂਰ ਵੀ ਖੜ੍ਹੇ, ਸਾਰਿਆਂ ਨੇ ਸਾਥ ਦਿੱਤਾ ਮੇਰਾ। ਅੱਜ ਮੁੱਦਾ ਕਿਸਾਨੀ ਦਾ। ਅੱਜ ਜੇ ਇਹਨਾਂ ਦਾ ਮੁੱਦਾ, ਚਲੋ ਜਥੇਬੰਦੀਆਂ ਕਹਿੰਦੀਆਂ ਨੇ ਵੀ ਪੋਲੀਟੀਕਲ ਬੰਦੇ ਅਸੀਂ ਉੱਥੇ ਸਟੇਜ ਤੋਂ ਨਹੀਂ ਬੋਲਣ ਦੇਣਾ, ਸਾਨੂੰ ਅਸੀਂ ਜ਼ਰੂਰੀ ਤਾਂ ਨਹੀਂ ਅਸੀਂ ਬੋਲਣਾ ਵਾ, ਅਸੀਂ ਉਹਨਾਂ ਨਾਲ ਐਜ਼ ਏ ਕਿਸਾਨ ਤਾਂ ਉਹਨਾਂ ਦੀ ਸਪੋਰਟ ਕਰ ਸਕਦੇ ਹਾਂ ਨਾ। ਕੱਲ੍ਹ ਨੂੰ ਇਹ ਤਾਂ ਨਹੀਂ ਸਾਨੂੰ ਕਹਿਣਗੇ ਸਾਡੇ ਨਾਲ ਸਭ ਖੜ੍ਹੇ ਨਹੀਂ। ਅਸੀਂ ਤਾਂ ਕਹਿੰਦੇ ਵੀ ਜਿੱਥੇ ਪਿੱਛੇ ਲਾ ਲਓ, ਮੂਹਰੇ ਲਾ ਲਓ, ਜਿੱਥੇ ਮਰਜ਼ੀ ਬਣਾ ਲਓ, ਇਹ ਤੁਹਾਡੇ ਨਾਲ ਆ। ਅਸੀਂ ਕਿਸਾਨਾਂ ਦੇ ਨਾਲ ਆ, ਆਪ ਕਿਸਾਨ ਹੈਗੇ ਆ। ਸੋ ਇਸ ਲਈ ਅਸੀਂ ਜਾਂਦੇ ਹਾਂ, ਮੈਨੂੰ ਕੀ ਪ੍ਰਭਾਵ ਆ। ਪੂਰਾ ਸਤਿਕਾਰ ਵੀ ਦਿੰਦੇ ਆ ਸਾਨੂੰ, ਹਰ ਜਗ੍ਹਾ ਸਾਡਾ ਨਾਂ ਵੀ ਬੋਲਦੇ ਆ, ਜ਼ਿਕਰ ਵੀ ਕਰਦੇ ਆ, ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਹੈਗਾ। ਅਤੇ ਲੇਕਿਨ ਅੱਗੇ ਵੀ ਜਾਵਾਂਗੇ, ਜਿਵੇਂ ਵੀ ਹੋਊਗਾ ਅਸੀਂ ਇਹਦੇ 'ਤੇ ਹੁਣ ਮੀਟਿੰਗ ਬੁਲਾ ਕੇ ਹੋਰ ਇਸ ਸੰਘਰਸ਼ ਨੂੰ ਕਾਮਯਾਬ ਕਰਨ ਲਈ ਅਸੀਂ ਪੂਰਾ ਸਹਿਯੋਗ ਦੇਵਾਂਗੇ। ਮੈਂ ਤਾਂ ਇੱਕ ਕਿਸਾਨ ਹੋਣ ਦੇ ਨਾਤੇ ਸਾਨੂੰ ਤਾਂ ਇਤਰਾਜ਼ ਹੀ ਕੋਈ ਨਹੀਂ। ਇੱਥੇ ਕਈ ਹੁੰਦਾ ਵੀ ਅਸੀਂ ਤਾਂ ਜੀ ਲੀਡਰਾਂ, ਅਸੀਂ ਤਾਂ ਸਟੇਜ ਤੋਂ ਥੱਲੇ ਬਹਿ ਹੀ ਨਹੀਂ ਸਕਦੇ ਜਾਂ ਅਸੀਂ ਬੋਲੇ ਵੀ ਨਹੀਂ ਰਹਿ ਸਕਦੇ, ਪਰ ਸਾਨੂੰ ਕੋਈ ਫਰਕ ਨਹੀਂ ਹੈਗਾ। ਅਸੀਂ ਜ਼ਮੀਨ ਨਾਲ ਜੁੜੇ ਹੋਏ ਹਾਂ। ਮੈਂ ਤਾਂ ਕਹਿੰਦਾ ਜਿੱਥੇ ਕੋਈ ਗੱਲ ਵੀ ਕਹਿੰਦਾ ਅਸੀਂ ਸੁਣਨ ਦੀ ਸਮਰੱਥਾ ਵੀ ਰੱਖਦੇ ਹਾਂ। ਉੱਥੇ ਸਾਨੂੰ ਬਹਿ ਕੇ ਲੋਕਾਂ ਦੇ ਵਿੱਚ ਬਹਿ ਕੇ ਸੁਣਨਾ ਚਾਹੀਦਾ ਸਾਨੂੰ। ਇਹ ਨਹੀਂ ਵੀ ਅਸੀਂ ਲੋਕ ਕੀ ਸੋਚਦੇ ਨੇ, ਲੋਕਾਂ ਦੀ ਅੱਜ ਮੂਵਮੈਂਟ ਦੇ ਵਿੱਚ ਕੀ ਗੱਲ ਕਰਦੇ ਨੇ, ਸਿੰਗਰ ਕੀ ਕਹਿੰਦੇ ਨੇ, ਹੋਰ ਜਿਹੜੇ ਨਾਨ ਪੋਲੀਟੀਕਲ ਬੰਦੇ ਨੇ ਉਹ ਕੀ ਕਹਿੰਦੇ ਨੇ, ਸਮਾਜ ਸੇਵੀ ਕੀ ਕਹਿੰਦੇ ਨੇ, ਸਾਰਾ ਗੱਲਾਂ ਸਾਨੂੰ ਪਤਾ ਲੱਗਦਾ ਵਾ, ਅਤੇ ਉਹਦੇ 'ਤੇ ਸਾਨੂੰ ਅਮਲ ਕਰਨ ਦੀ ਲੋੜ ਆ। ਜੇ ਕਿਤੇ ਸਾਡੇ 'ਚ ਕਮੀਆਂ 'ਚ ਸੁਧਾਰ ਲਿਆਉਣ ਦੀ ਲੋੜ ਹੈਗੀ ਆ। ਸੋ ਜਦੋਂ ਲੋਕਾਂ ਦੇ ਅਸੀਂ ਨਾਲ ਆ, ਸਾਨੂੰ ਤਾਂ ਕੋਈ ਡਰ ਹੀ ਕੋਈ ਨਹੀਂ। ਲੋਕਾਂ ਦੇ ਵਿੱਚ ਬੈਠਾਂਗੇ, ਲੋਕਾਂ ਜਾਵਾਂਗੇ, ਹਰ ਜਗ੍ਹਾ ਜਾਵਾਂਗੇ।
ਸੋ ਇਹ ਸਨ ਸਾਡੇ ਨਾਲ ਐਮਐਲਏ ਮਨਪ੍ਰੀਤ ਇਆਲੀ ਜੀ, ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਹੈ ਅਤੇ ਕਿਸਾਨਾਂ ਦੀ ਜੋ ਜ਼ੁਬਾਨ ਹੈ ਉਹ ਇਹਨਾਂ ਦੇ ਮੂੰਹੋਂ ਵੀ ਸੁਣੀ ਹੈ, ਕਿਉਂਕਿ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇੱਕ ਪੋਲੀਟੀਸ਼ੀਅਨ ਹੋਣ ਦੇ ਨਾਲ ਨਾਲ ਇੱਕ ਕਿਸਾਨ ਵੀ ਨੇ। ਕੈਮਰਾਮੈਨ ਪਵਨ ਦੇ ਨਾਲ ਮੈਂ ਸ਼ਿਫਾਲੀ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।